श्री वाहिगुरु साहिब जी। पैरव महला पंजवा। हौमै रोग मानुख कौ दीना, काम रोग मैगल बस लीना। हौमै रोग मानुख कौ दीना। वाहिगुरु जी का खालसा, वाहिगुरु जी की फतेह। कोट ब्रह्मंडां दे मालक, जुगो जुगे अटल, शब्दा अवतार, दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़न बैठी गुरु रूप गुरु खालसा सत संगत जीओ। आओ बड़े प्यार यार सत्कार दे नाल अमृत बाणी हर हर तेरी, सुन सुन होवे परम गत मेरी। जलन बुझी शीतल होए मनुआ, सतगुर का दर्शन पाई जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। पैरव महला पंजवा। पैरों राग दे विच सतगुरु पंजवें पातशाह शहीदां दे सरताज धन धन श्री गुरु अर्जन देव साहिब जी महाराज शो पावन उपदेश की बख्शिश करते हैं। हौमै रोग मानुख कौ दीना। ये भाई ये संसार के तमाशे विच परमात्मा ने जीवन नूं परखण वास्ते हंगता दा रोग विशेष करके मनुख नूं देना कीता है। काम रोग मैगल बस लीना। काम रूप रोग ने मैगल हाथी नूं अपने अधीन कर लेना कीता है। दृष्ट रोग पच मुए पतंगा। अर्थात हाथी खास करके काम के अधीन रहिंदा है। हाथी नूं पकड़न वाले लोग जंगल विच बहुत वड्डा सारा टोआ पुट के उपर कानियां दी छत पा के अते कागजां दी हथनी बना के रख दिंदे ने। जिस वेले काम के अधीन होया हाथी उस हथनी नाल स्पर्श करन लई आउंदा है, तदों उस टोए विच डिग पैंदा है। फिर सारी जिंदगी कुंडे सहारदा है। इउं काम दा रोग ओ हाथी नूं अपने अधीन कर लैंदा है। ये महाराज ने सारियां नूं रोग लाए होए हन। दृष्ट रोग पच मुए पतंगा। दीवे दी लाट नूं देखण दे रोग दे विच पतंगा सड़ मरदा है। नाद रोग खप गए कुरंगा। नाद नाम है शब्द, शब्द अर्थ है सुनना। सुनन दे रोग करके अनेकां ही हिरन नाश हो गए हैं। जो जो दिसै सो सो रोगी। इसलिए हे भाई संसार विच जिहड़ा जिहड़ा भी जीव दिखदा है वही वही रोगां दे सहित है।
ਰਹਿਤ ਮੇਰਾ ਸਤਿਗੁਰ ਜੋਗੀ। ਪਰਮਾਤਮਾ ਦੇ ਨਾਲ ਜੁੜਿਆ ਹੋਇਆ ਜਾਂ ਜੋੜਨ ਵਾਲਾ ਮੇਰਾ ਸਤਿਗੁਰੂ ਹੀ ਸਾਰੇ ਰੋਗਾਂ ਤੋਂ ਰਹਿਤ ਹੈ। ਜਾਂ ਗੁਰੂ ਜੀ ਆਪਣੇ ਸਿੱਖਾਂ ਨੂੰ ਵਿਕਾਰਾਂ ਦੇ ਰੋਗਾਂ ਤੋਂ ਰਹਿਤ ਕਰਨ ਵਾਲੇ ਹਨ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਜਿਹਵਾ ਰੋਗ ਮੀਨ ਗ੍ਰਸਿਆਨੋ। ਰਸਨਾਂ ਦੇ ਰੋਗ ਨੇ ਮੱਛੀ ਨੂੰ ਪਕੜਿਆ ਹੋਇਆ ਹੈ। ਜਾਂ ਜਿਹਵਾ ਜ਼ਬਾਨ ਦੇ ਰੋਗ ਕਰਕੇ ਜੀਵ ਮੱਛੀ ਨੂੰ ਪਕੜ ਕੇ ਖਾ ਜਾਂਦੇ ਨੇ। ਬਾਸਨ ਰੋਗ ਭਵਰ ਬਿਨਸਾਨੋ। ਫੁੱਲਾਂ ਦੀ ਵਾਸ਼ਨਾ ਦੇ ਰੋਗ ਕਰਕੇ ਭੌਰਾ ਨਾਸ਼ ਹੋ ਜਾਂਦਾ ਹੈ। ਇਸੇ ਪ੍ਰਕਾਰ ਅਤਰ ਫੁਲੀਲ ਆਦਿਕ ਸੁਗੰਧਿਤ ਪਦਾਰਥਾਂ ਦੇ ਵਾਸ਼ਨਾ ਰੂਪ ਰੋਗ ਕਰਕੇ ਜੀਵ ਰੂਪ ਭੌਰੇ ਨਾਸ਼ ਹੋ ਰਹੇ ਹਨ। ਭੇਦ ਰੋਗ ਕਾ ਸਗਲ ਸੰਸਾਰਾ। ਇਹ ਸਾਰਾ ਸੰਸਾਰ ਜਗਤ ਹੀ ਰੋਗਾਂ ਦਾ ਹੇਤ ਕਾਰਨ ਹੈ। ਜਾਂ ਸਾਰੇ ਸੰਸਾਰ ਨੂੰ ਹੇਤ ਮੋਹ ਅਗਿਆਨ ਦਾ ਰੋਗ ਲੱਗਾ ਹੋਇਆ ਹੈ। ਤ੍ਰਿਬਦ ਰੋਗ ਮਹਿ ਬੱਧੇ ਵਿਕਾਰਾ। ਤਿੰਨ ਪ੍ਰਕਾਰ ਦੇ ਰੋਗਾਂ ਵਿੱਚੋਂ ਹੀ ਸਾਰੇ ਵਿਕਾਰ ਵੱਧਦੇ ਨੇ। ਜਾਂ ਰਜੋ ਤਮੋ ਤੇ ਸਦੋ ਗੁਣ ਰੂਪ ਤਿੰਨ ਪ੍ਰਕਾਰ ਦੇ ਰੋਗਾਂ ਵਿੱਚ ਵੱਜੇ ਹੋਏ ਜੀਵ ਵਿਕਾਰਾਂ ਨੂੰ ਭੋਗਦੇ ਹਨ। ਰੋਗੀ ਮਰਤਾ ਰੋਗੀ ਜਨਮ। ਜੀਵ ਰੋਗਾਂ ਵਿੱਚ ਹੀ ਮਰਦਾ ਹੈ ਅਤੇ ਰੋਗਾਂ ਵਿੱਚ ਹੀ ਜੰਮਦਾ ਹੈ। ਜਾਂ ਹਉਮੈ ਅਗਿਆਨ ਦੇ ਰੋਗ ਕਰਕੇ ਮਰਦਾ ਹੈ ਅਤੇ ਅਗਿਆਨ ਦੇ ਰੋਗ ਕਰਕੇ ਜੰਮਦਾ ਰਹਿੰਦਾ ਹੈ। ਰੋਗੀ ਫਿਰ ਜੋਨੀ ਭਰਮ। ਇਸ ਰੋਗ ਦੇ ਕਾਰਨ ਜੀਵ ਮੁੜ ਮੁੜ ਜੂਨਾਂ ਦੇ ਵਿੱਚ ਭਰਮਦਾ ਰਹਿੰਦਾ ਹੈ। ਰੋਗ ਬੰਦ ਰਹਿਨ ਰਤੀ ਨਾ ਪਾਵੈ। ਇਹਨਾਂ ਰੋਗਾਂ ਦੇ ਵਿੱਚ ਵੱਜਾ ਹੋਇਆ ਜੀਵ ਰਤੀ ਮਾਤਰ ਵੀ ਰਹਿਣ ਨਹੀਂ ਪਾਉਂਦਾ, ਸਥਿਤੀ ਨਹੀਂ ਪਾਉਂਦਾ। ਬਿਨ ਸਤਿਗੁਰ ਰੋਗ ਕਤਹਿ ਨਾ ਜਾਵੈ। ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾ ਇਹ ਰੋਗ ਕਿਤੇ ਵੀ ਨਹੀਂ ਜਾਂਦਾ, ਭਾਵ ਨਿਵਰਤ ਨਹੀਂ ਹੁੰਦਾ। ਔਰ ਬ੍ਰਹਮ ਜਿਸ ਕੀਨੀ ਦਇਆ। ਪਰਮਾਤਮਾ ਨੇ ਜਿਸ ਮਨੁੱਖ ਪਰ ਆਪਣੀ ਦਇਆ ਮਿਹਰ ਕੀਤੀ ਹੈ, ਬਾਹ ਪਕੜ ਰੁਗਹੁ ਕੱਢ ਲਿਆ। ਉਸ ਦੀ ਬਿਰਤੀ ਰੂਪ ਬਾਹਾਂ ਪਕੜ ਕੇ ਫੜ ਕੇ ਇਹਨਾਂ ਵਿਕਾਰਾਂ ਆਦਿਕ ਅਗਿਆਨ ਆਦਿਕ ਦੇ ਰੋਗਾਂ ਦੇ ਵਿੱਚੋਂ ਉਸ ਨੂੰ ਕੱਢ ਲਿਆ ਹੈ। ਤੇ ਬੰਧਨ ਸਾਧ ਸੰਗ ਪਾਇਆ। ਉਸ ਨੇ ਸਾਧੂਆਂ ਦੀ ਸੰਗਤ ਨੂੰ ਪਾਇਆ ਹੈ, ਜਿਸ ਕਰਕੇ ਉਸ ਦੇ ਕਰਤਾ ਭੋਗਤਾ ਦੇ ਜੋ ਜੰਜਾਲ ਨੇ ਉਹ ਟੁੱਟ ਗਏ, ਨਿਵਰਤ ਹੋ ਗਏ ਹਨ। ਕਹੋ ਨਾਨਕ ਗੁਰ ਰੋਗ ਮਿਟਾਇਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰਾਂ ਨੇ ਉਸ ਦਾ ਹਉਮੈ ਦਾ ਅਗਿਆਨ ਦਾ ਜਿਹੜਾ ਰੋਗ ਸੀਗਾ ਉਸ ਨੂੰ ਮੇਟ ਦਿੱਤਾ ਹੈ। ਭੈਰਵ ਮਹਲਾ ਪੰਜਵਾ। ਭੈਰਵ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋਭਾਮਣ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਚੀਤ ਆਵੈ ਤਾਂ ਮਹਾ ਆਨੰਦ। ਸਤਿਗੁਰੂ ਜੀ ਪਰਮਾਤਮਾ ਦੇ ਚੇਤੇ ਆਉਣ ਦੀ ਮਹਿਮਾ ਕਥਨ ਕਰਦੇ ਨੇ ਕਿ ਇਹ ਭਾਈ, ਜੇਕਰ ਪਰਮਾਤਮਾ ਚੇਤੇ ਆ ਜਾਵੇ ਜਾਂ ਜੇਕਰ ਹਿਰਦੇ ਵਿੱਚ ਆ ਕੇ ਸਾਖਿਆਤ ਹੋ ਜਾਵੇ ਤਾਂ ਬਹੁਤ ਵੱਡਾ ਆਨੰਦ ਪ੍ਰਾਪਤ ਹੁੰਦਾ ਹੈ ਜਾਂ ਬ੍ਰਹਮ ਆਨੰਦ ਪ੍ਰਾਪਤ ਹੁੰਦਾ ਹੈ। ਚੀਤ ਆਵੈ ਤਾਂ
ਸਭ ਦੁੱਖ ਭੰਜ। ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਪ੍ਰਭੂ ਸਾਰੇ ਜਮਨ ਮਨ ਆਦਿਕ ਦੇ ਦੁੱਖ ਕਸ਼ਟ ਉਹ ਨਾਸ਼ ਕਰ ਦਿੰਦਾ ਹੈ। ਨੀਤ ਆਵੈ ਤਾਂ ਸਰਦਾ ਪੂਰੀ। ਜੇਕਰ ਪ੍ਰਭੂ ਚੇਤੇ ਆ ਜਾਵੇ ਤਦੋਂ ਮਨ ਦੀ ਸਾਰੀ ਸ਼ਰਧਾ ਭਾਵਨਾ ਪੂਰੀ ਹੋ ਜਾਂਦੀ ਹੈ। ਨੀਤ ਆਵੈ ਤਾਂ ਕਬਹਿ ਨਾ ਝੂਰੀ। ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਜੀਵ ਕਦੇ ਵੀ ਝੂਰਦਾ ਨਹੀਂ, ਮਤਲਬ ਚਿੰਤਾ ਦੇ ਸਹਿਤ ਨਹੀਂ ਹੁੰਦਾ। ਅੰਤਰ ਰਾਮ ਰਾਏ ਪ੍ਰਗਟੇ ਆਏ। ਉਸ ਮਨੁੱਖ ਦੇ ਹਿਰਦੇ ਵਿੱਚ ਰਾਜਾ ਪ੍ਰਕਾਸ਼ ਰੂਪ ਪ੍ਰਭੂ ਜੀ ਪ੍ਰਤੱਖ ਹੋ ਆਏ ਹਨ। ਗੁਰਪੂਰੈ ਦੀਓ ਰੰਗ ਲਾਇ। ਜਿਸ ਨੂੰ ਪੂਰਨ ਸਤਿਗੁਰਾਂ ਨੇ ਪ੍ਰਭੂ ਦਾ ਪ੍ਰੇਮ ਲਾ ਦਿੱਤਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਨੀਤ ਆਵੈ ਤਾਂ ਸਰਬ ਕੋ ਰਾਜਾ। ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਪੁਰਖ ਸਾਰਿਆਂ ਦਾ ਪਾਤਸ਼ਾਹ ਬਣ ਜਾਂਦਾ ਹੈ। ਭਾਵ ਉਸ ਦਾ ਸਭ ਉੱਪਰ ਹੁਕਮ ਚੱਲਣ ਲੱਗ ਪੈਂਦਾ ਹੈ। ਨੀਤ ਆਵੈ ਤਾਂ ਪੂਰੇ ਕਾ ਕਾਜਾ। ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਲੋਕ ਪਰਲੋਕ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ। ਨੀਤ ਆਵੈ ਤਾਂ ਰੰਗ ਗੁਲਾਲ। ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਹਮੇਸ਼ਾ ਹੀ ਸੰਘਣਾ ਰੰਗ ਚੜ੍ਹਦਾ ਹੈ। ਭਗਤੀ ਦਾ ਚੂ ਚੂਆ ਸੰਘਣਾ ਆਨੰਦ ਪ੍ਰਾਪਤ ਹੁੰਦਾ ਹੈ। ਨੀਤ ਆਵੈ ਤਾਂ ਸਦਾ ਨਿਹਾਲ। ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਸਦਾ ਹਮੇਸ਼ਾ ਪ੍ਰਸੰਨ ਜਿਤ ਰਹੀਦਾ ਜਾਂ ਦੁੱਖਾਂ ਤੋਂ ਰਹਿਤ ਹੋ ਜਾਈਦਾ ਹੈ। ਨੀਤ ਆਵੈ ਤਾਂ ਸਦ ਧਨਵੰਤਾ। ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਜੀਵ ਹਮੇਸ਼ਾ ਧਨ ਵਾਲਾ ਧਨਾੜ ਹੋ ਜਾਂਦਾ ਹੈ। ਨੀਤ ਆਵੈ ਤਾਂ ਸਦ ਨਿਪਰੰਤਾ। ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਹਮੇਸ਼ਾ ਹੀ ਭ੍ਰਾਂਤੀ ਤੋਂ ਰਹਿਤ ਹੋ ਜਾਈਦਾ ਜਾਂ ਪ੍ਰਭੂ ਦੇ ਚੇਤੇ ਆਉਣ ਕਰਕੇ ਹਿਰਦਾ ਰੂਪੀ ਘਰ ਸ਼ੁਭ ਗੁਣਾਂ ਨਾਲ ਭਰ ਜਾਂਦਾ ਹੈ। ਨੀਤ ਆਵੈ ਤਾਂ ਸਭ ਰੰਗ ਮਾਣੇ। ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਜੀਵ ਸਾਰੇ ਆਨੰਦ ਮਾਣਦਾ ਹੈ। ਨੀਤ ਆਵੈ ਤਾਂ ਚੁਕੀ ਕਾਣੇ। ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਸਭ ਦੀ ਕਨੌੜ ਚੁੱਕੀ ਜਾਂਦੀ ਹੈ। ਭਾਵ ਕਿਸੇ ਦੀ ਮੁਹਤਾਜਗੀ ਨਹੀਂ ਰਹਿੰਦੀ। ਨੀਤ ਆਵੈ ਤਾਂ ਸਹਿਜ ਘਰ ਪਾਇਆ। ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਸਹਿਜ ਸਰੂਪ ਰੂਪੀ ਘਰ ਪਾ ਲਈਦਾ ਹੈ ਜਾਂ ਸਹਿਜੇ ਹੀ ਸੱਚਖੰਡ ਰੂਪੀ ਘਰ ਨੂੰ ਪਾ ਲਈਦਾ ਹੈ। ਨੀਤ ਆਵੈ ਤਾਂ ਸੁਨ ਸਮਾਇਆ। ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਜੀਵ ਅਫੁਰ ਸਰੂਪ ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ ਹੈ। ਨੀਤ ਆਵੈ ਸਦ ਕੀਰਤਨ ਕਰਤਾ। ਜੇਕਰ ਕਿਸੇ ਨੂੰ ਪ੍ਰਭੂ ਚੇਤੇ ਆ ਜਾਵੇ ਤਦੋਂ ਹਮੇਸ਼ਾ ਹੀ ਪ੍ਰਭੂ ਦਾ ਕੀਰਤਨ ਜਸ ਕਰਦਾ ਰਹਿੰਦਾ ਹੈ। ਮਨ ਮਾਨਿਆ ਨਾਨਕ ਭਗਵੰਤਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਸ ਦਾ ਭਗਵੰਤਾ ਪਰਮਾਤਮਾ ਦੇ ਨਾਲ ਮਨ ਮੰਨ ਗਿਆ ਹੈ, ਇਹ ਉਸੇ ਦੀ ਅਵਸਥਾ ਤੁਹਾਨੂੰ ਕਥਨ ਕਰਕੇ ਦਸੀ ਹੈ। ਭੈਰਵ ਮਹੱਲਾ ਪੰਜਵਾ। ਭੈਰੋਂ ਰਾਗ ਦੇ ਵਿੱਚ ਸਤਿਗੁਰੂ ਜੀ ਇਹ ਪਾਵਨ ਸ਼ਬਦ ਉਚਾਰਨ ਕਰਕੇ
ਪ੍ਰਭੂ ਤੋਂ ਵਰਸਾਏ ਆਪਣੇ ਪਰਿਵਾਰ ਅਤੇ ਮਿੱਤਰ ਸੰਬੰਧੀ ਆਦਿਕ ਨੂੰ ਪ੍ਰਭੂ ਦੀ ਜੋਤ ਦੇ ਵਿੱਚ ਲੀਨਤਾ ਕਰਨ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਬਾਪ ਹਮਾਰਾ ਸਦ ਚਰੰਜੀਵੀ। हे ਭਾਈ, ਸਾਡਾ ਪਿਤਾ ਭਾਵ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਹਮੇਸ਼ਾ ਹੀ ਚਿਰ ਤੱਕ ਜੀਉਣ ਵਾਲੇ ਹਨ। ਭਾਵ ਤੁਰਿਆ ਅਤੀਤ ਅਵਸਥਾ ਦੇ ਮਾਲਕ ਨੇ ਜਾਂ ਚਿਰ ਜੀਵੀ ਪ੍ਰਭੂ ਦਾ ਸਰੂਪ ਹਨ। ਭਾਈ ਹਮਾਰੇ ਸਦ ਹੀ ਜੀਵੀ। ਸਾਡੇ ਭਰਾਤਾ ਮਹਾਦੇਵ ਜੀ ਵੀ ਹਮੇਸ਼ਾ ਹੀ ਜੀਵਨ ਮੁਕਤ ਹਨ। ਮੀਤ ਹਮਾਰਾ ਸਦਾ ਅਬਿਨਾਸੀ। ਮੀਤ ਹਮਾਰੇ ਸਦਾ ਅਬਿਨਾਸੀ। ਸਾਡੇ ਮਿੱਤਰ ਬਾਬਾ ਬੁੱਢਾ ਜੀ ਵਰਗੇ ਵੀ ਹਮੇਸ਼ਾ ਨਾਸ਼ ਤੋਂ ਰਹਿਤ ਪਦਵੀ ਦੀ ਪ੍ਰਾਪਤੀ ਵਾਲੇ ਨੇ। ਕੁਟੰਬ ਹਮਾਰਾ ਨਿਜ ਘਰ ਵਾਸੀ। ਜੋ ਮਾਤਾ ਭਾਨੀ ਜੀ, ਮਾਤਾ ਗੰਗਾ ਜੀ ਆਦਿਕ ਸਾਡਾ ਪਰਿਵਾਰ ਵੀ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਵਸਣ ਵਾਲੇ ਹਨ। ਹਮ ਸੁਖ ਪਾਇਆ ਤਾਂ ਸਭ ਹੈ ਸੁਹੇਲੇ। ਇਹ ਭਾਈ, ਜਦ ਅਸੀਂ ਆਤਮਿਕ ਸੁਖ ਨੂੰ ਪਾ ਲਿਆ ਤਾਂ ਸਾਰੇ ਸੰਬੰਧ ਸੁਖੀ ਪ੍ਰਤੀਤ ਹੋਏ। ਗੁਰਪੂਰੈ ਪਿਤਾ ਸੰਗ ਮੇਲੇ। ਫਿਰ ਪੂਰਨ ਪਿਤਾ ਗੁਰਾਂ ਨੇ ਆਪਣੇ ਨਾਲ ਮਿਲ ਲਿਆ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਮੰਦਰ ਮੇਰੇ ਸਭ ਤੇ ਉੱਚੇ। ਸਾਡੇ ਹਰਿਮੰਦਰ ਸਾਹਿਬ ਜੀ ਸਾਰਿਆਂ ਤੋਂ ਉੱਚੇ ਜਾਂ ਉੱਚੀ ਸ਼ੋਭਾ ਵਾਲੇ ਹਨ। ਦੇਸ ਮੇਰੇ ਬੇਅੰਤ ਆਪੂਛੇ। ਸਾਡੇ ਸਿੱਖੀ ਨੂੰ ਕਮਾਉਣ ਵਾਲੇ ਮਾਝਾ, ਮਾਲਵਾ, ਪੋਠੋਹਾਰ ਆਦਿਕ ਪੁਆਧ ਦਾ ਇਲਾਕਾ ਇਤਿਆਦਿਕ ਦੇਸ਼ ਪੁੱਛਣ ਤੋਂ ਰਹਿਤ ਹੀ ਬੇਅੰਤ ਦੇਸ਼ ਹਨ। ਰਾਜ ਹਮਾਰਾ ਸਦ ਹੀ ਨਹੀਂ ਚਲ। ਸਾਡਾ ਗੁਰਿਆਈ ਰੂਪ ਰਾਜ ਹਮੇਸ਼ਾ ਹੀ ਅਚਲ ਰਹਿਣ ਵਾਲਾ ਹੈ। ਮਾਲ ਹਮਾਰਾ ਅਖੂਟ ਅਬੇ ਚੱਲ। ਸਾਡਾ ਲੰਗਰ ਪ੍ਰਸ਼ਾਦ ਰੂਪੀ ਮਾਲ ਧਨ ਵੀ ਮੁੱਕਣ ਤੋਂ ਰਹਿਤ ਅਤੇ ਅਬੇ ਚੱਲ ਚਲਾਈ ਮਾਨ ਤੋਂ ਰਹਿਤ ਹੈ। ਖਾਵੇ ਹੈ ਖਰਚ ਹੈ ਰਲ ਮਿਲ ਪਾਈ, ਟੋਟ ਨਾ ਆਵੇ ਵਧ ਦੋ ਜਾਈ। ਬਾ ਮੇਰੀ ਸਭ ਜੁਗ ਅੰਤਰ। ਹੁਣ ਸਾਡੀ ਸੋਭਾ ਵਡਿਆਈ ਸਾਰੇ ਯੁਗਾਂ ਦੇ ਵਿੱਚ ਹੀ ਹੋ ਰਹੀ ਹੈ। ਬਾਜ ਹਮਾਰੀ ਥਾਨ ਥਨੰਤਰ। ਸਾਡੀ ਪ੍ਰਗਟਤਾ ਸਾਰੇ ਥਾਵਾਂ ਅਤੇ ਥਾਵਾਂ ਦੇ ਅੰਦਰ ਰਹਿਣ ਵਾਲੇ ਜੀਵਾਂ ਦੇ ਵਿੱਚ ਹੈ। ਕੀਰਤ ਹਮਾਰੀ ਘਰ ਘਰ ਹੋਈ। ਸਾਡੀ ਵਡਿਆਈ ਘਰਾਂ ਘਰਾਂ ਵਿੱਚ ਹੋ ਰਹੀ ਹੈ। ਭਗਤ ਹਮਾਰੀ ਸਭਨੀ ਲੋਈ। ਸਾਰੇ ਲੋਕਾਂ ਦੇ ਵਿੱਚ ਹੀ ਸਾਡੀ ਭਗਤੀ ਹੋ ਰਹੀ ਹੈ। ਪਿਤਾ ਹਮਾਰੇ ਪ੍ਰਗਟੇ ਮਾਝ। ਸਾਡੇ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਾਝੀ ਦੇਸ਼ ਲਾਹੌਰ ਦੇ ਵਿੱਚ ਪ੍ਰਗਟ ਹੋਏ ਹਨ। ਉਦੋਂ ਹਿੰਦੁਸਤਾਨ ਪਾਕਿਸਤਾਨ ਇਕੱਠਾ ਹੀ ਹੁੰਦਾ ਸੀ। ਇਹ ਬਾਅਦ ਵਿੱਚ ਸਾਡੇ ਲੀਡਰਾਂ ਦੇ ਬੇੜੀਆਂ ਵਿੱਚ ਵੱਟੇ ਪਏ ਨੇ। ਜੋ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ, ਬਿਲਕੁਲ ਹਰਿਮੰਦਰ ਸਾਹਿਬ ਵੀ ਇਹਨਾਂ ਦਾ ਵਸ ਚੱਲਦਾ ਤੇ ਪਰਾਂ ਹੀ ਭੇਜ ਦੇਣਾ ਸੀਗਾ। ਗੁਰਦੁਆਰਿਆਂ ਨਾਲ ਪਤਾ ਨਹੀਂ ਕੀ ਇਹਨਾਂ ਲੋਕਾਂ ਦੀ ਈਰਖਾ। ਨਨਕਾਣਾ ਸਾਹਿਬ ਵੀ ਵਿਛੋੜਦਾ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਬਿਲਕੁਲ ਬਾਰਡਰ ਤੇ ਹੀ ਨੇ, ਨਜ਼ਦੀਕ ਹੀ ਨੇ, ਤੇ ਉਹਦੇ ਵਿੱਚ ਸੰਨ ਲਾ ਕੇ ਆਖੀ ਜੀ ਆ ਹਿੰਦੁਸਤਾਨ ਹੈ, ਆ ਪਾਕਿਸਤਾਨ ਹੈ। ਇਸ ਲਈ ਇਹਨਾਂ ਲੀਡਰਾਂ ਦਾ ਬੇੜਾ ਗਰਕ ਹੋਇਆ ਹੈ। ਪਹਿਲਾਂ ਸਭ ਇਕੱਠਾ ਹੀ ਸੀਗਾ। ਜੋ ਸਾਡੇ ਪਿਤਾ ਜੀ ਦਾ ਮਾਝਾ ਦੇਸ਼ ਲਾਹੌਰ ਹੈ।
ਤਾਪੂਤ ਰਲ ਕੀਨੀ ਸਾਂਝ। ਮੈਂ ਪੁੱਤਰ ਨੇ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ ਰਲ ਕੇ ਮਿਲ ਕੇ ਗੁਰਮਤਿ ਸਾਂਝ ਭਾਈਵਾਲਤਾ ਪਾਉਣਾ ਕੀਤੀ ਹੈ। ਮਾਫ ਕਰਨਾ, ਅੰਮ੍ਰਿਤ ਵੇਲੇ ਦੀ ਕਥਾ ਹੈ। ਅੱਜ ਕੱਲ੍ਹ ਦਾ ਪਿਓ ਕੀ ਕਰਦਾ, ਨੌਵਾਂ ਦੇ ਵਿੱਚ ਬਹਿ ਕੇ ਟੀਵੀ ਵੇਖਦਾ, ਇੱਕੋ ਹੀ ਟੇਬਲ ਤੇ ਆਪਦੇ ਸਗੇ ਪੁੱਤ ਨਾਲ ਬਹਿ ਕੇ ਡਰਿੰਕ ਕਰਦਾ। ਦੱਸੋ, ਜਿਸ ਪਿਓ ਨੇ ਚਿੱਟੀ ਦਾੜੀ ਨੇ ਮੁੰਡੇ ਨੂੰ ਸਮਝਾਉਣਾ ਹੈ, ਨੌਵਾਂ ਧੀਆਂ ਨੂੰ ਡਿਸਿਪਲਿਨ 'ਚ ਰਹਿਣਾ ਸਿਖਾਉਣਾ, ਉਹ ਕੀ ਕਰੂਗਾ ਦੱਸੋ? ਖੁਦ ਆਪ ਬਹਿ ਕੇ ਤਾਸ਼ ਖੇਡ ਰਿਹਾ ਆਪਦੇ ਮੁੰਡਿਆਂ ਨਾਲ, ਨੌਵਾਂ ਧੀਆਂ 'ਚ ਬਹਿ ਕੇ ਟੀਵੀ ਵੇਖ ਰਿਹਾ ਹੈ, ਉਹ ਕੀ ਸਮਝਾਊਗਾ? ਇਹ ਸਭ ਕੁਝ ਚੱਲਦਾ ਹੈ। ਕਿਤੇ ਗੁਰਮਤਿ ਸਾਂਝ ਪਾਈ ਹੋਵੇ, ਚਲੋ ਭਾਈ ਇਕੱਠੇ ਹੋਵੋ ਕੀਰਤਨ ਦਰਬਾਰ ਤੇ ਚੱਲੀਏ, ਬਿਲਕੁਲ ਨਹੀਂ। ਇਕੱਠੇ ਉੱਠੋ, ਅੰਮ੍ਰਿਤ ਵੇਲੇ ਅੱਜ ਐਤਵਾਰ ਹੈ, ਛੁੱਟੀ ਹੈ, ਆਪਾਂ ਇਕੱਠੇ ਬੈਠ ਕੇ ਪੰਜ ਬਾਣੀਆਂ ਦਾ ਪਾਠ ਕਰੀਏ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰੀਏ। ਲੋਕ ਇੰਜ ਸੁਖਮਨੀ ਸਾਹਿਬ ਦਾ ਪਾਠ ਕਰਾਉਂਦੇ ਜਿਸ ਤਰ੍ਹਾਂ ਕਿਸੇ ਨੂੰ ਪਾਠ ਆਉਂਦਾ ਨਹੀਂ ਹੁੰਦਾ। ਕੱਲ ਹੀ ਮੈਨੂੰ ਕੋਈ ਗੁਰਮੁਖ ਕਹਿ ਰਹੇ ਵੀ ਸਾਡੀ ਦੁਕਾਨ ਸੁਖਮਨੀ ਸਾਹਿਬ ਪੜ੍ਹ ਦਿਓ। ਮੈਂ ਕਿਹਾ ਤੂੰ ਬਾਣਾ ਪਾਇਆ, ਨਿਹੰਗ ਬਣਿਆ ਤੇ ਤੈਨੂੰ ਸੁਖਮਨੀ ਸਾਹਿਬ ਨਹੀਂ ਆਉਂਦਾ? ਨਹੀਂ ਜੀ, ਮੈਂ ਤਾਂ ਜਪਜੀ ਸਾਹਿਬ ਦਾ ਕੀ ਪੰਜਾਂ ਬਾਣੀਆਂ ਦੀ ਸੰਧਿਆ ਕੀਤੀ। ਮਤਲਬ ਜਿਹਨੂੰ ਆਉਂਦਾ ਵੀ ਹੈ, ਪਹਿਲਾਂ ਸਿੰਘ ਸਹਿਜ ਪਾਠ ਕਰਦੇ ਹੁੰਦੇ, ਫਿਰ ਅਖੰਡ ਪਾਠਾਂ ਦੀ ਰੀਤੀ ਚੱਲੀ, ਤੇ ਹੁਣ ਸੁਖਮਨੀ ਸਾਹਿਬ ਦੀ ਆਪਾਂ ਸਮਾਪਤੀ ਕਰ ਦਿੰਦੇ ਹਾਂ। ਉਹ ਵੀ ਭੱਜੋ ਭਜਾਈਏ ਦੇ ਵਿੱਚ ਵੀ ਘੰਟੇ ਦੋ ਹੀ ਨੇ ਸਾਡੇ ਕੋਲ, 10 ਤੋਂ 12 ਜਾਂ 8 ਤੋਂ 10, ਕਿਉਂਕਿ ਰੋਟੀ ਨਹੀਂ ਬਣਾਉਣੀ, ਚਾਹ ਪਾਣੀ ਪੀਣਾ ਵੀ ਸ਼ੀਸ਼ੇ ਦੀ ਭੋਗ ਪਾਓ ਤੇ ਆਪਦੇ ਘਰ ਨੂੰ ਜਾਓ, ਸਾਨੂੰ ਵਿਹਲੇ ਕਰੋ ਜੀ। ਆਪਾਂ ਡੇਲੀ ਖੁਦ ਆਪ ਬਾਣੀ ਪੜ੍ਹੀਏ। ਠੀਕ, ਇਹ ਗੱਲ ਸਹੀ ਹੈ ਕਿ ਅਖੰਡ ਪਾਠ ਸਾਹਿਬ ਪੰਜਾਂ ਤੋਂ ਬਗੈਰ ਨਹੀਂ ਹੋ ਸਕਦਾ, ਤਾਂ ਬਾਬਿਆਂ ਨੂੰ ਬੁਲਾਈਦਾ। ਸੁਖਮਨੀ ਸਾਹਿਬ ਤਾਂ ਤੁਸੀਂ ਇਕੱਲੇ ਸਾਰਾ ਟੱਬਰ ਬਹਿ ਕੇ ਕਰ ਸਕਦੇ ਹੋ, ਉੱਥੇ ਤੇ ਬਾਬਿਆਂ ਦੀ ਲੋੜ ਹੀ ਨਹੀਂ। ਸਾਰਾ ਟੱਬਰ ਇਕੱਠੇ ਹੋਵੋ, ਗੁੜ ਕੇ ਪੜੋ ਤੇ ਸੁਖਮਨੀ ਸਾਹਿਬ ਦਾ ਪਾਠ ਪੜੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਬਿਸਰਾਮ। ਮਹਾਰਾਜ ਦਾ ਸਰੂਪ ਤਾਂ ਅਖੰਡ ਪਾਠ ਲਈ ਜਾਂ ਸਹਿਜ ਪਾਠ ਲਈ ਲਿਜਾਣਾ ਚਾਹੀਦਾ, ਜਿੱਥੋਂ ਤੱਕ ਮੇਰਾ ਖਿਆਲ ਹੈ, ਕਿਉਂਕਿ ਓਨਾ ਹੀ ਕੰਮ ਹੈ। ਪ੍ਰਕਾਸ਼ ਵੀ ਕਰਨਾ, ਪ੍ਰਸ਼ਾਦ ਵੀ, ਰੁਮਾਲਾ ਸਾਹਿਬ ਵੀ, ਆਉਣਾ ਜਾਣਾ ਬਾਬਿਆਂ ਦਾ, ਸਾਧ ਸੰਗਤ ਨੇ ਵੀ ਆਉਣਾ ਹੁੰਦਾ, ਤੇ 2 ਘੰਟਿਆਂ ਦੀ ਸਮਾਪਤੀ ਕਰਕੇ ਤੇ ਚਲੋ ਮੇਰੇ ਭਾਈ, ਨਾ ਜਪਜੀ ਸਾਹਿਬ ਪੜ੍ਹਿਆ ਨਾ ਆਨੰਦ ਸਾਹਿਬ ਪੜ੍ਹਿਆ। ਸਾਨੂੰ ਵੀ ਚੇਤਾ ਨਹੀਂ ਰਿਹਾ ਵੀ ਘੱਟੋ ਘੱਟ ਮਹਾਰਾਜ ਦਾ ਪ੍ਰਕਾਸ਼ ਹੋਇਆ, ਜਪਜੀ ਸਾਹਿਬ ਦੇ ਪੜ੍ਹੋ ਤੇ ਪੜ੍ਹਾਓ, ਆਨੰਦ ਸਾਹਿਬ 40 ਪੌੜੀਆਂ ਦਾ ਹੋਣ। ਤੋ ਇਸ ਤਰੀਕੇ ਦੇ ਨਾਲ ਗੁਰਮਤਿ ਵੱਲ ਰੁਝਾਨ ਘੱਟ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੀ ਪਰਿਵਾਰਕ ਗੁਰਮਤਿ ਸਾਂਝ ਪਏ। ਅਖੰਡ ਕੀਰਤਨੀਏ ਗੁਰਮੁਖ ਪਰਿਵਾਰ ਜਿਹੜੇ ਸੰਗਤ ਨਾਲ ਜੁੜੇ ਹੋਏ ਨੇ, ਉਹ ਸਾਰੇ ਦੇ ਸਾਰੇ ਪਰਿਵਾਰ ਦੇ ਮੈਂਬਰ ਕੀਰਤਨ ਕਰਦੇ ਨੇ, ਬਾਣੀ ਪੜ੍ਹਦੇ ਨੇ, ਅੰਮ੍ਰਿਤ ਵੇਲੇ ਸ਼ਾਮਾਂ ਵੇਲੇ ਆਪਦੇ ਘਰ ਵਿੱਚ ਸੰਗਤ ਕਰਦੇ ਹਨ। ਇਉਂ ਅਸੀਂ ਪਿਓ ਤੇ ਪੁੱਤਰ ਨੇ ਗੁਰਮਤਿ ਭਾਈਵਾਲਤਾ ਪਾਉਣਾ ਕੀਤੀ ਹੈ। ਨਾਨਕ ਜੋ ਪਿਤਾ ਪਤੀ ਨੇ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਜਦੋਂ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਾਡੇ ਤੇ ਭਤੀਜ ਗਏ, ਪ੍ਰਸੰਨ ਹੋ ਗਏ। ਪਿਤਾ ਪੂਤ ਏਕੈ ਰੰਗ ਲੀਨੇ। ਤਦੋਂ ਪਿਤਾ ਤੇ ਪੁੱਤਰ ਭਾਵ ਅਸੀਂ ਇੱਕ ਵਾਹਿਗੁਰੂ ਦੇ ਆਨੰਦ ਦੇ ਵਿੱਚ ਲੀਨ ਹੋ ਗਏ ਹਾਂ। इसी प्रकार बाप हमारा साध चरंजीवी। जग्यासु मुख द्वारा कथन करते ने कि साडा या तमाम दा पिता परमात्मा हमेशा ही चिरां तक रहन वाला है। भाई हमारे सद ही जीवी।
ਸਾਡੇ ਮਹਾਤਮਾ ਰੂਪ ਭਰਾ ਜਾਂ ਸ਼ਰਵਣ ਮੰਨਣ ਨਿਧਿਆਸਨ ਰੂਪ ਭਰਾ ਸਾਨੂੰ ਸਦਾ ਹੀ ਜੀਵਨ ਮੁਕਤੀ ਦੇਣ ਵਾਲੇ ਹਨ। ਮੀਤ ਹਮਾਰੇ ਸਦਾ ਅਬਿਨਾਸੀ। ਸਾਡੇ ਵਿਵੇਕ ਵੈਰਾਗ ਰੂਪੀ ਮਿੱਤਰ ਹਮੇਸ਼ਾ ਹੀ ਨਾਸ਼ ਤੋਂ ਰਹਿਤ ਪਦਵੀ ਤੇ ਪਹੁੰਚਾਉਣ ਵਾਲੇ ਨੇ। ਕੰਬ ਹਮਾਰਾ ਨਿਜ ਘਰ ਵਾਸੀ। ਭਗਤੀ ਸ਼ਾਂਤੀ ਆਦਿ ਸਾਡਾ ਪਰਿਵਾਰ ਨਿਜ ਸਰੂਪ ਰੂਪੀ ਘਰ ਦੇ ਵਿੱਚ ਵਸਣ ਵਾਲਾ ਹੈ। ਹਮ ਸੁਖ ਪਾਇਆ ਤਾਂ ਸਭ ਹੈ ਸੁਹੇਲੇ। ਜਦ ਅਸੀਂ ਆਤਮਕ ਸੁਖ ਨੂੰ ਪਾਇਆ ਤਦੋਂ ਸਾਰੇ ਦੇਵੀ ਗੁਣ ਵੀ ਸੁਖੀ ਸਫਲੇ ਹੋ ਗਏ। ਪੂਰੈ ਪਿਤਾ ਸੰਗ ਮੇਲੇ। ਪੂਰਨ ਸਤਿਗੁਰਾਂ ਨੇ ਸਾਨੂੰ ਪਿਤਾ ਪਰਮਾਤਮਾ ਦੇ ਨਾਲ ਮੇਲ ਦਿੱਤਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਮੰਦਰ ਮੇਰੇ ਸਭ ਤੇ ਊਚੇ। ਸਾਡੇ ਬੈਕੁੰਠ ਸੱਚਖੰਡ ਰੂਪੀ ਮੰਦਰ ਸਭ ਤੋਂ ਉੱਚੇ ਨੇ ਜਾਂ ਪ੍ਰੇਮ ਰੂਪੀ ਮੰਦਰ ਸਭ ਤੋਂ ਉੱਚੇ ਨੇ ਜਾਂ ਮੰਦਰ ਭਾਵ ਅਧਿਸ਼ਟਾਨ ਰੂਪ ਮੇਰੇ ਪ੍ਰਭੂ ਜੀ ਸਭ ਤੋਂ ਉੱਚੇ ਹਨ। ਦੇਸ ਮੇਰੇ ਬੇਅੰਤ ਆਪੂਛੇ। ਮੇਰੇ ਸ਼ਾਸਤਰਾਂ ਵੇਦਾਂ ਰੂਪੀ ਦੇਸ਼ ਵੀ ਬੇਅੰਤ ਨੇ ਅਤੇ ਪੁੱਛਣ ਤੋਂ ਰਹਿਤ ਭਾਵ ਪ੍ਰਗਟ ਹੀ ਹਨ। ਰਾਜ ਹਮਾਰਾ ਸਦ ਹੀ ਨਹੀਂ ਚਲ। ਸਾਡਾ ਪ੍ਰਕਾਸ਼ ਸਰੂਪ ਰੂਪੀ ਰਾਜ ਹਮੇਸ਼ਾ ਹੀ ਅਚਲ ਰਹਿਣ ਵਾਲਾ ਹੈ। ਮਾਲ ਹਮਾਰਾ ਅਖੂਟ ਅਬੇ ਚੱਲ। ਸਾਡਾ ਸ਼ੁਭ ਗੁਣਾਂ ਰੂਪੀ ਮਾਲ ਮੁਕਣ ਤੋਂ ਰਹਿਤ ਅਤੇ ਚਲਾਏ ਮਾਨ ਤੋਂ ਰਹਿਤ ਹੈ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਪੋਥੀ ਪਰਮੇਸ਼ਰ ਕਾ ਥਾਨ। ਇਹ ਜੋ ਪੋਥੀਆਂ ਸਾਹਿਬ ਸਾਨੂੰ ਪ੍ਰਾਪਤ ਹੋਈਆਂ ਨੇ ਸਾਡੇ ਪਿਓ ਦਾਦੇ ਪਿਤਾ ਗੁਰੂ ਰਾਮਦਾਸ ਜੀ ਦਾਦਾ ਗੁਰੂ ਅਮਰਦਾਸ ਮਹਾਰਾਜ ਦਾ ਖਜ਼ਾਨਾ ਸੀ ਖੋਲ ਕੇ ਪ੍ਰਕਾਸ਼ ਕਰਕੇ ਦਰਸ਼ਨ ਕੀਤੇ ਨੇ। ਤਾਂ ਮੇਰੇ ਮਨ ਪਿਆ ਨਿਦਾਨਾ ਤਾਂ ਮੇਰੇ ਮਨ ਵਿੱਚ ਸ਼ੁਭ ਗੁਣਾਂ ਦਾ ਖਜ਼ਾਨਾ ਪ੍ਰਗਟ ਹੋ ਗਿਆ। ਰਤਨ ਲਾਲ ਜਿਹਦੇ ਚ ਰਤਨ ਵੈਰਾਗ ਹੈ ਲਾਲ ਪ੍ਰੇਮ ਹੈ। ਰਤਨ ਲਾਲ ਜਾਕਾ ਕਛੂ ਨਾ ਮੋਲ ਜਿਹਦਾ ਮੁੱਲ ਹੀ ਕੋਈ ਨਹੀਂ ਸ਼ੁਭ ਗੁਣਾਂ ਦਾ। ਭਰੇ ਭੰਡਾਰ ਅਖੂਟ ਅਤੋਲ ਮੱਕਣ ਤੋਂ ਰਹਿਤ ਇਹ ਸ਼ੁਭ ਗੁਣਾਂ ਦੇ ਖਜ਼ਾਨੇ ਗੁਰਬਾਣੀ ਦੇ ਵਿੱਚ ਭਰੇ ਪਏ ਨੇ। ਖਾਵੇ ਹੈ ਖਰਚ ਰਲ ਮਿਲ ਭਾਈ। ਖਾਵੇ ਹੈ ਸ਼ੁਭ ਗੁਣਾਂ ਨੂੰ ਕੋਈ ਆਪ ਧਾਰਨ ਕਰੇ ਤੇ ਦੂਜਿਆਂ ਨੂੰ ਧਾਰਨ ਦਾ ਉਪਦੇਸ਼ ਦੇਵੇ। ਸੰਗਤ ਦੇ ਵਿੱਚ ਖਰਚ ਨਾ ਕਰੇ। ਭਰਾਵਾਂ ਦੇ ਵਿੱਚ ਜਗਿਆਸੂਆਂ ਦੇ ਵਿੱਚ ਗੁਰ ਭਾਈਆਂ ਵਿੱਚ ਤੋਟ ਨਾ ਆਵੇ ਵਧੋ ਜਾਈ। ਇਹਦੇ ਵਿੱਚ ਘਾਟਾ ਨਹੀਂ ਆਉਂਦਾ। ਸ਼ੁਭ ਗੁਣ ਵਾਧੇ ਹੀ ਤੁਰੇ ਜਾਂਦੇ ਹਨ। ਸੋਭਾ ਮੇਰੀ ਸਭ ਜੁਗ ਅੰਤਰ। ਹੁਣ ਸਾਡੀ ਵਡਿਆਈ ਸਾਰੇ ਯੁਗਾਂ ਵਿੱਚ ਹੋ ਰਹੀ ਹੈ। ਬਾਜ ਹਮਾਰੀ ਥਾਨ ਥਨੰਤਰ। ਚੇਤਨ ਸਰੂਪ ਹੋਣ ਕਰਕੇ ਸਭ ਥਾਵਾਂ ਅਤੇ ਥਾਵਾਂ ਦੇ ਅੰਦਰ ਸਾਡੀ ਪ੍ਰਗਟਤਾ ਹੈ। ਭਾਵ ਪਰਮਾਤਮਾ ਦੇ ਨਾਲ ਅਭੇਦਤਾ ਹੋਈ ਹੈ। ਕੀਰਤ ਹਮਾਰੀ ਘਰ ਘਰ ਹੋਈ। ਸ਼ਾਸਤਰਾਂ ਵਿੱਚ ਸਾਡੀ ਕੀਰਤੀ ਹੋ ਰਹੀ ਹੈ। ਭਗਤ ਹਮਾਰੀ ਸਭਨੀ ਲੋਈ। ਬ੍ਰਹਮ ਸਰੂਪ ਹੋਣ ਕਰਕੇ ਸਾਡੀ ਭਗਤੀ ਸਭ ਲੋਕਾਂ ਦੇ ਵਿੱਚ ਜਾਣੀ ਗਈ ਹੈ। ਪਿਤਾ ਹਮਾਰੇ ਪ੍ਰਗਟੇ ਮਾਜ। ਸਾਡੇ ਪਿਤਾ ਪਰਮਾਤਮਾ ਜੀ ਸਾਡੇ ਹਿਰਦੇ ਵਿੱਚ ਹੁਣ ਪ੍ਰਗਟ ਸਾਖਸ਼ਾਤ ਹੋਏ ਹਨ। ਪਿਤਾ ਪੂਤ ਰਲ ਕੀਨੀ ਸਾਂਝ। ਪਿਤਾ ਪਰਮਾਤਮਾ ਦੇ ਨਾਲ ਮੈਂ ਜਗਿਆਸੁਰ ਪੁੱਤਰ ਨੂੰ ਮਿਲ ਕੇ ਆਤਮਕ ਪਦਾਰਥ ਦੀ ਸਾਂਝ ਹੋਈ ਹੈ। ਆਪਾਂ ਨੇ ਸਾਂਝ ਕੀਤੀ ਹੈ। ਪਿਤਾ ਈਸ਼ਰ ਤੇ ਪੁੱਤਰ ਜੀਵ ਇਹਨਾਂ ਦੋਹਾਂ ਦੀ ਇਕਤਾ ਕਰਕੇ ਸਾਂਝ ਕੀਤੀ ਹੈ। ਭਾਵ ਆਤਮਾ ਤੋਂ ਭਿੰਨ ਸਭ ਅਨਾਤਮ ਨਿਸ਼ਚੈ ਕੀਤਾ ਹੈ। ਨਾਨਕ ਜੋ ਪਿਤਾ ਪਤੀਨੇ।
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜਦੋਂ ਪਿਤਾ ਪਰਮਾਤਮਾ ਜੀ ਭਤੀਜ ਗਏ, ਭਾਵ ਪ੍ਰਸੰਨ ਹੋ ਗਏ। ਤਾ ਪੂਤ ਏਕੈ ਕਰ ਲੀਨੇ, ਏਕੈ ਰੰਗ ਲੀਨੇ। ਤਦੋਂ ਪਿਤਾ ਪਰਮਾਤਮਾ ਅਤੇ ਜਗਿਆਸੁਰ ਪੁੱਤਰ ਏਕਤਾ ਦੇ ਰੰਗ ਦੇ ਵਿੱਚ ਲੀਨ ਹੋ ਗਏ, ਜਾਂ ਦੋਵੇਂ ਬ੍ਰਹਮ ਸਰੂਪ ਹੋ ਗਏ। ਭੈਰਵ ਮਹੱਲਾ ਪੰਜਵਾ। ਭੈਰੋਂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਅਗਲਾ ਸ਼ਬਦ ਉਚਾਰ ਰਹੇ ਨੇ। ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ। ਇਹ ਸਤਿਗੁਰੂ ਦਾ ਸਰੂਪ ਧਾਰਨ ਵਾਲੀ ਦਾਤਾਰ ਪ੍ਰਭੂ, ਤੂੰ ਵੈਰ ਤੋਂ ਰਹਿਤ ਅਤੇ ਪਰਿਪੂਰਨ ਹੈ। ਹਮ ਅਪਰਾਧੀ ਤੁਮ ਬਖਸਾਤੇ। ਇਹ ਪ੍ਰਭੂ ਅਸੀਂ ਅਪਰਾਧੀ ਤੈਨੂੰ ਛੱਡ ਕੇ ਹੋਰਨਾਂ ਨੂੰ ਆਰਾਧਨ ਵਾਲੇ ਹਾਂ, ਜਾਂ ਅਪਰਾਧੀ। ਹਉ ਅਪਰਾਧੀ ਗੁਨਹਗਾਰ, ਹਉ ਬੇਮੁਖ ਬੰਦਾ, ਗੁਨਾਹ ਕਰਨ ਵਾਲੇ ਬੇਮੁਖ ਹੈ, ਅਤੇ ਤੁਸੀਂ ਸਾਡੇ ਗੁਨਾਹ ਬਖਸ਼ਣ ਵਾਲੇ ਹੋ ਜੀ। ਪਾਪੀ ਕਉ ਮਿਲੈ ਨ ਢੋਈ। हे ਪਰਮਾਤਮਾ, ਜਿਸ ਮੰਦ ਕਰਮੀ ਮਨੁੱਖ ਨੂੰ ਕਿਤੇ ਵੀ ਓਟ ਨਹੀਂ ਮਿਲਦੀ, ਸ਼ਰਨ ਆਵੈ ਤਾ ਨਿਰਮਲ ਹੋਈ। ਜੇਕਰ ਉਹ ਤੇਰੀ ਓਟ ਦੇ ਵਿੱਚ ਆ ਜਾਵੇ ਤਦ ਉਹ ਉਜਲ ਜੀਵਨ ਵਾਲਾ ਹੋ ਜਾਂਦਾ ਹੈ। ਪਾਇਆ ਸਤਿਗੁਰੂ ਮਨਾਏ। ਸਤਿਗੁਰਾਂ ਨੂੰ ਹਿਰਦੇ ਵਿੱਚ ਮਨਾ ਕੇ ਪ੍ਰਸੰਨ ਕਰਕੇ ਅਸੀਂ ਆਤਮਿਕ ਸੁਖ ਪਾਇਆ ਹੈ। ਸਭ ਫਲ ਪਾਏ ਗੁਰੂ ਧਿਆਏ। ਗੁਰੂ ਜੀ ਨੂੰ ਧਿਆ ਕੇ ਆਰਾਧ ਕੇ ਧਰਮ ਅਰਥ ਕਾਮ ਅਤੇ ਮੋਖ ਰੂਪ ਸਾਰੇ ਫਲ ਪਾ ਲਏ ਨੇ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਪਾਰ ਬ੍ਰਹਮ ਸਤਿਗੁਰ ਆਦੇਸ਼। ਇਹ ਸਤਿਗੁਰੂ ਸਰੂਪ ਧਾਰਨ ਵਾਲੇ ਭਾਰ ਬ੍ਰਹਮ ਪ੍ਰਭੂ, ਜਾਂ हे ਪ੍ਰਭੂ, ਇਹ ਸਤਿਗੁਰੂ ਆਪ ਜੀ ਨੂੰ ਮੇਰੀ ਆਦੇਸ਼ ਨਮਸਕਾਰ ਹੈ। ਮਨ ਤਨ ਤੇਰਾ ਸਭ ਤੇਰਾ ਦੇਸ। ਮੇਰਾ ਮਨ ਹਿਰਦਾ ਤੇ ਤਨ ਸਰੀਰ ਤੇਰਾ ਹੀ ਬਖਸ਼ਿਸ਼ ਕੀਤਾ ਹੋਇਆ ਹੈ, ਅਤੇ ਇੰਦਰੀਆਂ ਰੂਪ ਸਾਰਾ ਦੇਸ਼, ਜਾਂ ਸਾਧ ਸੰਗਤ ਰੂਪ ਸਾਰਾ ਦੇਸ਼ ਵੀ ਤੇਰਾ ਹੀ ਹੈ। ਕਾ ਪੜਦਾ ਤਾਂ ਨਜ਼ਰੀ ਆਇਆ। ਇਹ ਪ੍ਰਭੂ, ਜਦੋਂ ਸਾਡਾ ਹੰਗਤਾ ਦਾ ਪਰਦਾ, ਅਗਿਆਨ ਦਾ ਪਰਦਾ ਚੁੱਕਿਆ ਗਿਆ, ਤਾਂ ਹੀ ਤੂੰ ਸਾਡੀ ਦ੍ਰਿਸ਼ਟੀ ਵਿੱਚ ਆਇਆ ਹੈ। ਅਸਮ ਤੂੰ ਹੈ ਸਭਨਾ ਕੀ ਰਾਇਆ। ਇਹ ਸਭਨਾਂ ਦੇ ਰਾਜਾ ਪ੍ਰਕਾਸ਼ ਰੂਪ ਪ੍ਰਭੂ, ਤੂੰ ਹੀ ਸਭ ਦਾ ਮਾਲਕ ਹੈ। ਭਾਣਾ ਸੂਕੀ ਕਾਸ਼ਟ ਹਰਿਆ। ਜੇਕਰ ਤਿਸ ਪ੍ਰਭੂ ਨੂੰ ਭਾ ਜਾਵੇ ਤਾਂ ਸੁੱਕੇ ਹੋਏ ਕਾਠ ਵੀ ਹਰੇ ਹੋ ਜਾਂਦੇ ਨੇ। ਜਿਵੇਂ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਦੇ ਵਿੱਚ ਪਾਵਨ ਸ਼ਬਦ ਆਉਂਦਾ ਹੈ, ਗੋਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਖਰ ਹਰ ਜੀਉ ਭਰਿਆ। ਸੈਲ ਪੱਥਰ ਮੈਂ ਜਾਂਦੇ ਉਪਾਈ, ਤਾਕਾ ਰਿਜਕ ਆਗੈ ਕਰ ਧਰਿਆ। ਇਹ ਪੰਕਤੀਆਂ ਭਾਈ ਗੁਰਦਾਸ ਜੀ ਦੇ ਪ੍ਰਥਾਈ ਨੇ। ਇਸ ਤੋਂ ਅੱਗੇ ਕਾਬਲ ਦੇ ਰਹਿਣ ਵਾਲੇ ਬ੍ਰਹਮ ਗਿਆਨੀ ਪ੍ਰਚਾਰਕ, ਗੁਰਬਾਣੀ ਦੇ ਮਹਾਨ ਵਿਆਖਿਆਕਾਰ ਭਾਈ ਮਾਧੋ ਦਾਸ ਜੀ ਦੇ ਪ੍ਰਥਾਏ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਖੇ ਕਾਸ਼ਟ ਹਰਿਆ ਰਹਾ। ਫਿਰ ਜਨਨ ਪਿਤਾ ਲੋਕ ਸੁਖ ਬਣਦਾ, ਕੋਈ ਨਾ ਕਿਸ ਕੀ ਤਰਿਆ। ਉਹੀ ਪ੍ਰਕਰਨ ਜਿਹੜਾ ਦੋ ਪੰਕਤੀਆਂ ਭਾਈ ਗੁਰਦਾਸ ਜੀ ਦੇ ਪ੍ਰਥਾਏ ਪਹਿਲਾਂ ਉਚਾਰੀਆਂ, ਉੱਥੋਂ ਹੀ ਬਾਅਦ ਵਿੱਚ ਰਿਜਕ ਦਾ ਪ੍ਰਕਰਨ ਹੈ। ਵਿਚਕਾਰਲੀਆਂ ਦੋ ਪੰਕਤੀਆਂ ਮਾਧੋ ਦਾਸ ਜੀ ਆ ਗਏ, ਉਹਨਾਂ ਨੂੰ ਸਿਰੋਂ ਪਾ ਦਿੱਤਾ।
ਭਾਈ ਮਾਧੋ ਦਾਸ ਜੀ ਕਸ਼ਮੀਰ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਕਰਿਆ ਕਰਦੇ ਸਨ। ਹਰ ਰੋਜ਼ ਸੰਗਤਾਂ ਨੂੰ ਕਥਾ ਸੁਣਾਇਆ ਕਰਦੇ ਸਨ। ਦੇਰ ਰਾਤ ਤੱਕ ਕਥਾ ਦਾ ਪ੍ਰਵਾਹ ਚੱਲਦਾ ਰਹਿੰਦਾ ਸੀ। ਇੱਕ ਰਾਤ ਚੋਰਾਂ ਨੇ ਕਿਸੇ ਦੇ ਘਰ ਵਿੱਚ ਚੋਰੀ ਕਰ ਲਈ ਤੇ ਉਸਨੇ ਰਾਜੇ ਪਾਸ ਫਰਿਆਦ ਕੀਤੀ। ਰਾਜੇ ਨੇ ਪੁਲਿਸ ਨੂੰ ਚੋਰ ਲੱਭਣ ਦਾ ਹੁਕਮ ਦਿੱਤਾ ਤੇ ਨਾਲ ਹੀ ਢੰਡੋਰਾ ਫਿਰਵਾ ਦਿੱਤਾ ਕਿ ਅੱਧੀ ਰਾਤ ਤੋਂ ਬਾਅਦ ਕੋਈ ਆਦਮੀ ਘਰ ਤੋਂ ਬਾਹਰ ਨਜ਼ਰ ਨਾ ਆਏ। ਐਸਾ ਕਰਨ ਵਾਲੇ ਨੂੰ ਸਜ਼ਾਏ ਮੌਤ ਦਿੱਤੀ ਜਾਏਗੀ। ਉਸ ਦਿਨ ਤੋਂ ਮਾਧੋ ਦਾਸ ਜੀ ਅੱਧੀ ਰਾਤ ਤੋਂ ਪਹਿਲਾਂ ਹੀ ਕਥਾ ਦੀ ਸਮਾਪਤੀ ਕਰਕੇ ਸੰਗਤਾਂ ਨੂੰ ਵਿਦਾ ਕਰ ਦਿੰਦੇ। ਇੱਕ ਰਾਤ ਨੂੰ ਐਸਾ ਪ੍ਰਸੰਗ ਚੱਲਿਆ ਕਿ ਭਾਈ ਸਾਹਿਬ ਨੂੰ ਸਮੇਂ ਦਾ ਖਿਆਲ ਹੀ ਨਾ ਰਿਹਾ ਤੇ ਸਾਰੀ ਸੰਗਤ ਸਮਾਂ ਉੱਤਾ ਹੁੰਦਾ ਵੇਖ ਕੇ ਡਰਦੀ ਮਾਰੀ ਉੱਠ ਕੇ ਚਲੀ ਗਈ। ਇੱਕ ਲੜਕਾ ਸਮਾਧੀ ਲਾ ਕੇ ਬੈਠਾ ਰਿਹਾ ਕਿਉਂਕਿ ਉਸਦਾ ਨਿਯਮ ਸੀ ਕਿ ਉਹ ਕਥਾ ਦੇ ਭੋਗ ਤੋਂ ਪਹਿਲਾਂ ਨਹੀਂ ਸੀ ਉੱਠਦਾ। ਜਦੋਂ ਲੜਕਾ ਦੇਰ ਰਾਤ ਨਾਲ ਘਰ ਵੱਲ ਚੱਲਿਆ ਤਾਂ ਰਾਜੇ ਦੇ ਸਿਪਾਹੀਆਂ ਨੇ ਹੁਕਮ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਉਸ ਨੂੰ ਪਕੜ ਲਿਆ ਤੇ ਦੂਸਰੇ ਦਿਨ ਰਾਜੇ ਪਾਸ ਪੇਸ਼ ਕੀਤਾ। ਰਾਜੇ ਨੇ ਉਸ ਦੇ ਪਰਿਵਾਰ ਨੂੰ ਸੱਦ ਕੇ ਉਸ ਦੇ ਗੁਨਾਹ ਬਾਰੇ ਦੱਸਿਆ ਅਤੇ ਸਭ ਨੂੰ ਕਿਹਾ ਕਿ ਇਸ ਨੂੰ ਹੁਣ ਦੰਡ ਮਿਲੇਗਾ। ਤੁਸੀਂ ਸਫਾਈ ਕੁਝ ਕਹਿਣਾ ਤਾਂ ਕਹੋ। ਸਭ ਤੋਂ ਪਹਿਲਾਂ ਮਾਤਾ ਪਿਤਾ ਨੇ ਕਿਹਾ ਕਿ ਮਹਾਰਾਜ ਇਹ ਸਾਡਾ ਵੀ ਕਹਿਣਾ ਨਹੀਂ ਮੰਨਦਾ, ਜਿਵੇਂ ਆਪ ਜੀ ਦੀ ਮਰਜ਼ੀ ਹੋਵੇ ਇਸ ਨੂੰ ਦੰਡ ਦਿਓ। ਵੈਸੇ ਵੀ ਇਹ ਘਰ ਦੇ ਕੰਮ ਦਾ ਤਾਂ ਰਿਹਾ ਨਹੀਂ ਕਿਉਂਕਿ ਜਿਹੜਾ ਸੰਗਤ ਜਾਣ ਲੱਗ ਪਏ, ਗੁਰਦੁਆਰੇ ਜਾਣ ਲੱਗ ਪਏ। ਮੈਂ ਖੁਦ ਆਪ ਸਕੀਆਂ ਸੋਦਰਿਆਂ ਨੂੰ ਮਾਂ ਨਾਲ ਅਫਸੋਸ ਕਰਦਾ ਸੁਣਿਆ ਵੀ ਚਲੋ ਕੋਈ ਨਹੀਂ, ਉਹ ਜਣੇ ਕੋਈ ਨਹੀਂ, ਹੌਸਲਾ ਰੱਖ ਦੋ। ਜਿਸ ਤਰ੍ਹਾਂ ਕੋਈ ਬੰਦਾ ਮਰ ਨਹੀਂ ਗਿਆ ਹੁੰਦਾ ਤੇ ਸੰਸਕਾਰ ਕਰਾ ਕੇ ਮਾਂ ਨੂੰ ਹੌਸਲਾ ਦੇਈਦਾ ਵੀ ਕੋਈ ਨਹੀਂ, ਫਿਰ ਕੀ ਹੋ ਗਿਆ, ਲੋਕਾਂ ਦੇ ਵੀ ਤਾਂ ਮਰਦੇ ਹੀ ਨੇ। ਦੱਸੋ ਇਹ ਕੋਈ ਗੱਲ ਕਰਨ ਵਾਲੀ ਹੈ? ਆਖੇ ਤੇਰਾ ਇੰਨਾ ਕੀ ਸੰਬੰਧ ਸੀਗਾ ਤੇ ਜਿੰਨਾ ਨਿਭ ਗਿਆ ਕੋਈ ਗੱਲ ਨਹੀਂ, ਤੂੰ ਹੌਸਲਾ ਰੱਖ। ਦੱਸੋ ਬੰਦਾ ਜਿਉਂਦਾ ਜਾਗਦਾ, ਅੱਜ ਵੀ ਜਿਉਂਦਾ ਤੇ ਦੁਨੀਆ ਹਿਰਖ ਕਰਦੀ ਹੈ ਕਾਹਤੋਂ ਵੀ ਮੁੰਡਾ ਗੁਰਦੁਆਰੇ ਚਲਾ ਗਿਆ। ਮਰਿਆਂ ਦੀ ਤਰ੍ਹਾਂ ਅਫਸੋਸ ਕਰਦੇ ਨੇ ਲੋਕ। ਇਉਂ ਕਹਿੰਦੇ ਵੀ ਸਾਡੇ ਵੱਲੋਂ ਦੇ ਮਰਿਆ ਹੀ ਹੈ, ਭਾਵੇਂ ਇਹਨੂੰ ਫਾਹੇ ਲਾਓ ਤੇ ਜੋ ਮਰਜ਼ੀ ਕਰੋ। ਵੈਸੇ ਉਹ ਸਾਰੀ ਦਿਹਾੜੀ ਆਪਦੇ ਪਿਓ ਨਾਲ ਦੁਕਾਨ ਤੇ ਕੰਮ ਕਰਦਾ ਸੀ। ਜਿਹੜੇ ਉਹਦੇ ਦੂਜੇ ਭਰਾ ਸ਼ਰਾਬ ਪੀ ਕੇ ਤਾਸ਼ ਖੇਡ ਕੇ ਸਮਾਂ ਬਰਬਾਦ ਕਰਦੇ ਸੀ। ਲੋਕ ਐਸੇ ਮੁੰਡਿਆਂ ਨੂੰ ਚੰਗਾ ਸਮਝਦੇ ਨੇ ਤੇ ਇਹ ਵਿਚਾਰਾ ਨਹਾ ਧੋ ਕੇ ਸੰਗਤ ਵਿੱਚ ਆਉਂਦਾ ਸੀਗਾ ਭਾਈ ਮਾਧੋ ਦਾਸ ਦੀ ਕਥਾ ਸੁਣਦਾ। ਇਹਦੇ ਤੇ ਇਹਦਾ ਪਿਓ ਔਖਾ ਹੁੰਦਾ ਸੀ ਵੀ ਤੂੰ ਸਾਧਾ ਨਾਲ ਕਿਉਂ ਰਲਦਾ ਹੈ। ਇਹਨੇ ਬੇਨਤੀ ਕਰਨੀ, ਪਿਤਾ ਜੀ ਵੀ ਕੰਮ ਦਾ ਤਾਂ ਕੋਈ ਹਰਜ ਨਹੀਂ ਹੈ, ਮੈਂ ਕੰਮ ਪੂਰਾ ਕਰਕੇ ਦੁਕਾਨ ਬੰਦ ਕਰਕੇ ਕਥਾ ਸੁਣਨ ਜਾਂਦਾ, ਬਾਕੀ ਮੇਰੇ ਭਰਾ ਸਮਾਂ ਬਰਬਾਦ ਕਰਦੇ ਨੇ ਤੇ ਮੈਂ ਕਿਸੇ ਚੰਗੀ ਜਗ੍ਹਾ ਤੇ ਜਾਂਦਾ, ਪਰ ਫਿਰ ਵੀ ਘਰ ਦੇ ਔਖੇ ਸੀਗੇ। ਕਹਿੰਦੇ ਵੀ ਸਾਡੇ ਕੰਮ ਦਾ ਨਹੀਂ ਰਿਹਾ। ਫਿਰ ਬੱਚਿਆਂ ਨੇ ਵੀ ਰਾਜੇ ਦੀ ਪੁੱਛਣ ਦੇ ਇਹੀ ਕਿਹਾ ਕਿ ਮਹਾਰਾਜ ਸਾਨੂੰ ਤਾਂ ਕਦੇ ਕੋਈ ਚੀਜ਼ ਨਹੀਂ ਲਿਆ ਕੇ ਦਿੰਦਾ, ਅਸੀਂ ਕੀ ਕਹਿ ਸਕਦੇ ਹਾਂ। ਫਿਰ ਉਹਦੀ ਪਤਨੀ ਨੂੰ ਪੁੱਛਿਆ ਤਾਂ ਉਹਨੇ ਵੀ ਕਿਹਾ ਕਿ ਮਹਾਰਾਜ ਇਹਦੀ ਗਲਤੀ 'ਚ ਮੇਰਾ ਕੋਈ ਕਸੂਰ ਨਹੀਂ ਹੈ, ਜੋ ਆਪ ਜੀ ਦੀ ਮਰਜ਼ੀ ਸਜ਼ਾ ਦਿਓ। ਅਖੀਰ 'ਚ ਰਾਜੇ ਨੂੰ ਉਸ ਲੜਕੇ ਤੋਂ ਹੀ ਪੁੱਛਿਆ, ਕਹਿੰਦੇ ਦੱਸ ਭਾਈ ਤੇਰਾ ਕੋਈ ਹੋਰ ਸੰਬੰਧੀ ਹੋਵੇ ਤਾਂ ਤੂੰ ਮਿਲ ਸਕਦਾ। ਉਸਨੇ ਭਾਈ ਮਾਧੋ ਦਾਸ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਤੇ ਰਾਜੇ ਦੇ ਆਦਮੀ ਉਹਨੂੰ ਭਾਈ ਮਾਧੋ ਦਾਸ ਕੋਲ ਲੈ ਕੇ ਆਏ। ਭਾਈ ਮਾਧੋ ਦਾਸ ਜੀ ਨੂੰ ਬੁਲਾ ਕੇ ਪੁੱਛਿਆ ਕਿ ਲੜਕਾ ਤੁਹਾਡਾ ਕੀ ਲੱਗਦਾ ਹੈ। ਮਾਧੋ ਦਾਸ ਜੀ ਨੇ ਕਿਹਾ ਰਾਜਨ ਆਪਨੇ ਸਵਾਲ ਉਲਟਾ ਕਰ ਦਿੱਤਾ, ਜਿਸ ਦਾ ਉੱਤਰ ਬੜਾ ਲੰਬਾ ਹੋ ਜਾਏਗਾ। ਤੁਸੀਂ ਪੁੱਛੋ ਕਿ ਇਹ ਮੇਰਾ ਕੀ ਨਹੀਂ ਲੱਗਦਾ, ਭਾਵ ਮੇਰੇ ਇਸ ਨਾਲ ਬਹੁਤ ਰਿਸ਼ਤੇ ਨੇ। ਇਹ ਸਤਸੰਗੀ ਪੁਰਖ ਹੈ, ਕਥਾ ਦਾ ਸਰੋਤਾ ਹੈ ਤੇ ਨਿਤਨੇਮੀ ਹੈ, ਗੁਰੂ ਦਾ ਪ੍ਰੇਮੀ ਹੈ। ਇਹ ਮੇਰੇ ਪੁੱਤਰ ਸਮਾਨ ਹੈ।
ਹੋਰ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ? ਰਾਜੇ ਨੇ ਕਿਹਾ ਕਿਸ ਨੇ ਰਾਤ ਸਮੇਂ ਹੁਕਮ ਦੀ ਉਲੰਘਣਾ ਕੀਤੀ ਹੈ, ਇਸ ਲਈ ਇਹ ਸਜ਼ਾ ਦਾ ਹੱਕਦਾਰ ਹੈ। ਤਦ ਮਾਧੋਦਾਸ ਜੀ ਨੇ ਕਿਹਾ ਕਿ ਮਹਾਰਾਜ ਸਮੇਂ ਦੀ ਉਲੰਘਣਾ 'ਚ ਇਸ ਦਾ ਕੋਈ ਕਸੂਰ ਨਹੀਂ ਹੈ, ਕਸੂਰ ਤਾਂ ਮੇਰਾ ਹੈ। ਜੇਕਰ ਮੈਂ ਭੋਗ ਸਮੇਂ ਸਿਰ ਪਾ ਦਿੰਦਾ ਤੇ ਅੱਜ ਇਹ ਆਪ ਦੇ ਦਰਬਾਰ 'ਚ ਮੁਜਰਮ ਨਾ ਹੁੰਦਾ, ਇਸ ਲਈ ਇਸ ਨੂੰ ਛੱਡ ਦਿਓ, ਇਹ ਬੇਗੁਨਾਹ ਹੈ। ਜੇਕਰ ਸਜ਼ਾ ਦੇਣੀ ਹੋਈ ਹੈ ਤਾਂ ਮੈਨੂੰ ਦੇ ਦਿਓ, ਕਿਉਂਕਿ ਸਮੇਂ ਦੀ ਉਲੰਘਣਾ ਤਾਂ ਮੈਥੋਂ ਹੋਈ ਹੈ। ਪਰ ਰਾਜੇ ਨੇ ਕਿਹਾ ਕਿ ਨਹੀਂ, ਜੋ ਪਕੜਿਆ ਗਿਆ ਹੈ ਗੁਨਾਹਗਰ ਉਹੀ ਹੈ ਤੇ ਸਜ਼ਾ ਵੀ ਉਸੇ ਨੂੰ ਮਿਲੇਗੀ। ਰਾਜੇ ਨੇ ਉਸ ਨੂੰ ਸੂਲੀ ਤੇ ਚੜਾਉਣ ਦਾ ਹੁਕਮ ਦੇ ਦਿੱਤਾ ਤੇ ਸੁੱਕੀ ਲੱਕੜ ਦੀ ਤਿੱਖੀ ਸੂਲੀ ਜ਼ਮੀਨ ਵਿੱਚ ਗੱਡੀ ਗਈ। ਉਸ ਨੂੰ ਪੇਟ ਭਰਨੇ ਉਸ ਉੱਪਰ ਪਾ ਕੇ ਭਾਰ ਦੇ ਕੇ ਸੂਲੀ ਚੜਾਉਣ ਲੱਗੇ। ਉਸ ਸਮੇਂ ਮਾਧੋਦਾਸ ਜੀ ਨੇ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦਾ ਧਿਆਨ ਧਾਰ ਕੇ ਅੰਮ੍ਰਿਤਸਰ ਵੱਲ ਮੂੰਹ ਕਰਕੇ ਅਰਦਾਸਾਂ ਕੀਤੀਆਂ, ਇਹ ਸੱਚੇ ਪਾਤਸ਼ਾਹ ਇਸ ਬੇਗੁਨਾਹ ਨੂੰ ਬਚਾਓ। ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਤਾਂ ਸਿੱਖ ਦੀ ਅਰਦਾਸ ਤੁਰ ਦਰਗਾਹ ਪ੍ਰਵਾਨ ਹੋਈ। ਬਾਬੀਹਾ ਅੰਮ੍ਰਿਤ ਵੀ ਲੈ ਬੋਲਿਆ, ਤਾਂ ਅੰਦਰ ਸੁਣੀ ਪੁਕਾਰ, ਮੇਘਾਂ ਨੂੰ ਫੁਰਮਾਨ ਹੋਇਆ ਵਰਸੋ ਕਿਰਪਾ ਤਾਰ। ਰੱਬੀ ਕ੍ਰਿਸ਼ਮਾ ਵਾਪਰਿਆ। ਉਹ ਲੱਕੜ ਦੀ ਸੂਲੀ, ਉਹਦੇ ਵਿੱਚੋਂ ਹਰੀਆਂ ਹਰੀਆਂ ਲਗਰਾਂ ਫੁੱਟ ਪਈਆਂ, ਉਹ ਹਰੀ ਹੋ ਗਈ ਤੇ ਝੁਕ ਗਈ, ਤਿੱਖੀ ਸਖਤ ਬਣ ਕੇ ਉਹਨੇ ਪੇਟ ਦੇ ਵਿੱਚ ਛੇਕ ਨਹੀਂ ਕੀਤਾ। ਇਹ ਵੇਖ ਕੇ ਸਾਰੇ ਹੈਰਾਨ ਹੋ ਗਏ। ਰਾਜਾ ਮਾਧੋਦਾਸ ਦੀ ਚਰਨੀ ਰਹਿ ਪਿਆ, ਖਿਮਾ ਮੰਗੀ ਤੇ ਉਸ ਲੜਕੇ ਨੂੰ ਛੱਡ ਦਿੱਤਾ ਗਿਆ। ਤਦ ਮਾਧੋਦਾਸ ਨੇ ਰਾਜੇ ਨੂੰ ਕਿਹਾ ਕਿ ਸਭ ਮੇਰੇ ਸਤਿਗੁਰੂ ਜੀ ਦੀ ਕਿਰਪਾ ਹੋਈ ਹੈ। ਰਾਜੇ ਨੇ ਵੀ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਪ੍ਰਗਟਾਈ ਤੇ ਮਾਧੋਦਾਸ ਜੀ ਉਸ ਲੜਕੇ ਨੂੰ, ਉਸ ਦੇ ਪਰਿਵਾਰ ਅਤੇ ਹੋਰ ਸੰਗਤਾਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਪਹੁੰਚੇ ਅਤੇ ਸਾਰਾ ਹਾਲ ਜਦ ਮਾਧੋਦਾਸ ਨੇ ਸਤਿਗੁਰਾਂ ਨੂੰ ਸੁਣਾਇਆ ਤਾਂ ਸਤਿਗੁਰਾਂ ਨੇ ਰਹਿ ਰਸ ਵਾਲੀਆਂ ਪੰਕਤੀਆਂ ਪੜ੍ਹੀਆਂ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਖੇ ਕਾਸ਼ਟ ਹਰਿਆ। ਇਉਂ ਮਹਾਰਾਜ ਫਰਮਾਉਂਦੇ ਨੇ, ਭਾਣਾ ਸੁਖੀ ਕਾਸ਼ਟ ਹਰਿਆ। ਜੇਕਰ ਤਿਸ ਪ੍ਰਭੂ ਨੂੰ ਭਾ ਜਾਵੇ ਤਾਂ ਸੁੱਕੇ ਹੋਏ ਕਾਠ ਵੀ ਹਰੇ ਹੋ ਜਾਂਦੇ ਹਨ। ਇਸੇ ਪ੍ਰਕਾਰ ਭਾਣਾ ਸੁਖੀ ਕਾਸ਼ਟ ਹਰਿਆ। ਸੁੱਕਾ ਕਾਠ ਕਿਹੜਾ ਹੈ? ਸਾਡਾ ਮਨ। ਅਸੀਂ ਸੁੱਕੀ ਲੱਕੜ ਦੀ ਤਰ੍ਹਾਂ ਨਾ, ਜਦ ਉਸ ਵਾਹਿਗੁਰੂ ਨੂੰ ਜਗਿਆਸੂ ਦਾ ਪ੍ਰੇਮ ਭਾ ਗਿਆ ਤਦੋਂ ਲੱਕੜ ਵਰਗਾ ਸੁੱਕਾ ਮਨ ਸ਼ਰਧਾ ਦੇ ਗੁਣਾਂ ਨਾਲ ਹਰਾ ਭਰਾ ਹੋ ਜਾਂਦਾ ਹੈ। ਭਾਣਾ ਤਾਂ ਥਲ ਸਿਰ ਸਰਿਆ। ਜਦ ਤਿਸ ਵਾਹਿਗੁਰੂ ਨੂੰ ਭਾਇਆ ਤਦੋਂ ਖੁਸ਼ਕ ਥਾਵਾਂ ਦੇ ਉੱਪਰ ਵੀ ਸਰੋਵਰ ਵਗਣ ਲੱਗ ਪਏ। ਇਸੇ ਪ੍ਰਕਾਰ ਇਸ ਭਾਣਾ ਤਾਂ ਥਲ ਸਿਰ ਸਰਿਆ। ਜਦ ਵਾਹਿਗੁਰੂ ਨੂੰ ਭਾਇਆ ਤਦੋਂ ਥਲ ਦੀ ਤਰ੍ਹਾਂ ਨਿਸ਼ਰਦਕ ਹਿਰਦਿਆਂ ਉੱਪਰ ਭਗਤੀ ਦੇ ਪ੍ਰੇਮ ਦੇ ਸਰੋਵਰ ਲਬਾਲਬ ਭਰ ਕੇ ਵਗਣ ਲੱਗ ਪਏ। ਇਸ ਭਾਣਾ ਤਾਂ ਸਭ ਫਲ ਪਾਏ। ਜਦ ਤਿਸ ਵਾਹਿਗੁਰੂ ਨੂੰ ਚੰਗਾ ਲੱਗਿਆ ਤਦੋਂ ਧਰਮ ਅਰਥ ਕਾਮ ਮੋਖ ਰੂਪ ਸਾਰੇ ਫਲ ਪ੍ਰਾਪਤ ਕਰ ਲਏ। ਚਿੰਤ ਗਈ ਲਗ ਸਤ ਗੁਰ ਪਾਏ। ਸਤਿਗੁਰਾਂ ਦੇ ਚਰਨੀ ਲੱਗ ਕਰਕੇ ਮਨ ਦੀ ਸਾਰੀ ਚਿੰਤਾ ਸੋਚ ਚਿਤਵਨੀ ਚਲੀ ਗਈ ਹੈ। ਰਾਮ ਖੋਰ ਨਿਰਗੁਣ ਕਾ ਤੂਠਾ। ਜਿਸ ਹਰਾਮ ਖੋਰ ਬੇਗਾਨਾ ਹੱਕ ਖਾਣ ਵਾਲੇ ਤੇ ਗੁਣਾਂ ਤੋਂ ਹੀਣ ਮਨੁੱਖ ਦੇ ਉੱਪਰ ਗੁਰੂ ਪ੍ਰਸੰਨ ਹੋਇਆ ਹੈ। ਮਨ ਤਨ ਸੀਤਲ ਮਨ ਅੰਮ੍ਰਿਤ ਬੂਠਾ। ਉਸ ਦੇ ਮਨ ਹਿਰਦੇ ਵਿੱਚ ਅੰਮ੍ਰਿਤ ਨਾਮ ਦੇ ਵਰਸਨ ਵਸਣ ਨਾਲ ਮਨ ਤੇ ਤਨ ਸ਼ਾਂਤ ਹੋ ਜਾਂਦਾ ਹੈ। ਔਰ ਬ੍ਰਹਮ ਗੁਰ ਭਏ ਦਇਆਲਾ। ਜਦ
ਪ੍ਰਭੂ ਅਤੇ ਗੁਰੂ ਜੀ ਜਾਂ ਪਰਮਾਤਮਾ ਦਾ ਸਰੂਪ ਗੁਰੂ ਜੀ ਮਿਹਰਬਾਨ ਹੋਏ। ਨਾਨਕ ਦਾਸ ਦੇਖ ਭਏ ਨਿਹਾਲਾ। ਤਾਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ, ਤਦੋਂ ਅਸੀਂ ਦਾਸ ਸੇਵਕ ਪ੍ਰਭੂ ਦਾ ਗੁਰਾਂ ਦਾ ਦਰਸ਼ਨ ਵੇਖ ਕੇ ਨਿਹਾਲ ਹਉ ਹਰ ਜਪ ਪਈ ਨਿਹਾਲ 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 ਨਿਹਾਲ। ਆਨੰਦ ਪ੍ਰਸੰਨ ਹੋ ਗਏ, ਹਾਲ ਦੁੱਖਾਂ ਤੋਂ ਨਿਰਹਿਤ ਹੋ ਗਏ। ਇੱਥੇ ਸਮਾਪਤੀ ਹੈ ਜੀ, ਭੁੱਲ ਚੁੱਕ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਰਾਮ ਖੋਰ ਨਿਰਗੁਣ ਕੋ ਤੂਠਾ, ਮਨ ਤਨ ਸੀਤਲ ਮਨ ਅੰਮ੍ਰਿਤ ਬੂਠਾ। ਪਾਰ ਬ੍ਰਹਮ ਗੁਰ ਭਈ ਦਇਆਲਾ, ਨਾਨਕ ਦਾਸ ਦੇਖ ਭਏ ਨਿਹਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।